ਵਿਨਿੰਗ ਪੰਜਾਬ ਦਾ ਸਪੈਸ਼ਲ ਪ੍ਰੋਗਰਾਮ ਸਵੇਰ ਸਾਂਝ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਲਖਵਿੰਦਰ ਸਿੰਘ ਮਾਨ ਲੈ ਕੇ ਹਾਜ਼ਰ ਹਾਂ ਪੰਜਾਬ ਦੀ ਰਾਜਨੀਤੀ ਦੀਆਂ ਕੁਝ ਵੱਡੀਆਂ ਤੇ ਅਹਿਮ ਖਬਰਾਂ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਾਂਗੇ ਪੰਜਾਬ ਸਰਕਾਰ ਦੇ ਉਸ ਵੱਡੇ ਫੈਸਲੇ ਦੀ ਜਿਸ ਫੈਸਲੇ ਦੇ ਨਾਲ ਕੱਲ ਪੰਜਾਬ ਦੀ ਰਾਜਨੀਤੀ ਪੂਰੀ ਤਰੀਕੇ ਨਾਲ ਗਰਮਾਈ ਰਹੀ ਸੀ। ਗੱਲ ਕਰਾਂਗੇ ਵਿਜੇ ਸਿੰਗਲਾ ਜੀ ਜਿਹੜੇ ਕਿ ਹੁਣ ਸਾਬਕਾ ਹੋ ਚੁੱਕੇ ਨੇ ਸਿਹਤ ਮੰਤਰੀ, ਉਹਨਾਂ ਦੀ ਗ੍ਰਿਫਤਾਰੀ ਤੋਂ ਬਾਅਦ ਹੁਣ ਆਖਰ ਕੈਬਨਿਟ ਦੇ ਵਿੱਚ ਕਿਸ ਨੂੰ ਜਗ੍ਹਾ ਮਿਲਣ ਜਾ ਰਹੀ ਹੈ, ਕਿਹੜਾ ਉਹ ਨਾਮ ਹੈ ਜਿਹੜੇ ਕਿ ਹੁਣ ਸਭ ਤੋਂ ਅੱਗੇ ਆ ਰੇਸ ਦੇ ਵਿੱਚ ਸਿਹਤ ਮੰਤਰੀ ਬਣਨ ਦੇ। ਇਸ ਬਾਰੇ ਗੱਲਬਾਤ ਕਰਾਂਗੇ ਤੇ ਨਾਲ ਹੀ ਨਾਲ ਗੱਲਬਾਤ ਕਰਾਂਗੇ ਵਿਰੋਧੀ ਪਾਰਟੀਆਂ ਨੇ ਜਿਨ੍ਹਾਂ ਨੇ ਕਿ ਸਿੰਗਲਾ ਸਾਹਿਬ ਦੀ ਗ੍ਰਿਫਤਾਰੀ ਦੇ ਉੱਪਰ ਵੱਡੇ ਤੰਜ ਕਸੇ ਨੇ। ਆਮ ਆਦਮੀ ਪਾਰਟੀ ਦੇ ਉੱਪਰ ਵੱਡਾ ਹਮਲਾ ਕੀਤਾ ਹੈ, ਕਿਸ ਤਰ੍ਹਾਂ ਦਾ ਹਮਲਾ ਕੀਤਾ ਗਿਆ ਉਸ ਬਾਰੇ ਵੀ ਗੱਲਬਾਤ ਕਰਾਂਗੇ। ਨਾਲ ਹੀ ਨਾਲ ਗੱਲਬਾਤ ਕਰਾਂਗੇ ਸਿਹਤ ਮੰਤਰੀ ਦੇ ਉੱਪਰ ਹੋਈ ਕਾਰਵਾਈ ਦਾ ਸੇਕ ਹੁਣ ਕਿੱਥੇ ਜਾਏਗਾ, ਕਿਉਂਕਿ ਭਗਵੰਤ ਮਾਨ ਜੀ ਉਸ ਤੋਂ ਬਾਅਦ ਹਾਈ ਲੈਵਲ ਮੀਟਿੰਗ ਜੋ ਉਹਨਾਂ ਨੂੰ ਸੱਦੀ ਗਈ ਸੀ ਉਸ ਵਿੱਚ ਕਹਿੰਦੇ ਹੋਏ ਨਜ਼ਰ ਆਏ ਨੇ ਕਿ ਉਹਨਾਂ ਦੇ ਹੱਥ ਵਿੱਚ ਕੁਝ ਹੋਰ ਫਾਈਲਾਂ ਵੀ ਨੇ। ਇਸ ਲਈ ਉਹ ਕਹਿੰਦੇ ਹੋਏ ਨਜ਼ਰ ਆਏ ਨੇ ਕਿ ਕਰਪਸ਼ਨ ਦਾ ਹੁਣ ਬਿਲਕੁਲ ਖਾਤਮਾ ਕੀਤਾ ਜਾਏਗਾ। ਕਿਹੜੇ ਉਹ ਲੀਡਰ ਨੇ ਜਿਨ੍ਹਾਂ ਤੱਕ ਇਹ ਸੇਕ ਪੁੱਜਦਾ ਨਜ਼ਰ ਆ ਰਿਹਾ ਹੈ, ਇਸ ਬਾਰੇ ਵੀ ਗੱਲਬਾਤ ਕਰਾਂਗੇ। ਤੇ ਗੱਲਬਾਤ ਕਰਨ ਦੇ ਲਈ ਮੇਰੇ ਨਾਲ ਜੁੜੇ ਹੋਏ ਨੇ ਸਾਸੀ ਮਾਹਰ ਦੇ ਤੌਰ ਤੇ ਸਰਦਾਰ ਹਮੀਰ ਸਿੰਘ ਜੀ। ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਹਮੀਰ ਸਿੰਘ ਜੀ, ਸਵਾਗਤ ਹੈ ਜੀ ਸਵੇਰ ਸਾਂਝ ਦੇ ਵਿੱਚ ਜੀ। ਸ਼ੁਕਰੀਆ। ਸੋ ਹਮੀਰ ਸਿੰਘ ਜੀ, ਕੱਲ ਇੱਕ ਵੱਡੀ ਆਪਾਂ ਕਹੀਏ ਪੰਜਾਬ ਦੀ ਰਾਜਨੀਤੀ ਵਿੱਚ ਵੱਡੀ ਘਟਨਾ ਵਾਪਰੀ ਹੈ, ਜਿਹੜੀ ਪੰਜਾਬ ਦੀ ਰਾਜਨੀਤੀ ਵਿੱਚ ਪਹਿਲੀ ਵਾਰ ਹੋਇਆ ਸੀ। ਸੀਐਮ ਸਾਹਿਬ ਦੇ ਵੱਲੋਂ ਆਪਣੇ ਹੀ ਵੱਡੇ ਮੰਤਰੀ ਨੂੰ ਵੱਡੇ ਕੈਬਨਿਟ ਰੈਂਕ, ਕਿਉਂਕਿ ਸਿਹਤ ਮੰਤਰਾਲਾ ਵੱਡਾ ਰੈਂਕ ਮੰਨਿਆ ਜਾਂਦਾ, ਉਹਨਾਂ ਉੱਪਰ ਵੱਡੀ ਕਾਰਵਾਈ ਕੀਤੀ ਹੈ। ਨਾ ਹੀ ਉਹਨਾਂ ਨੂੰ ਸਿਰਫ ਬਰਖਾਸਤ ਕੀਤਾ ਮਹਿਕਮੇ ਵੱਲੋਂ, ਸਗੋਂ ਉਹਨਾਂ ਨੂੰ ਕਾਨੂੰਨੀ ਸਕੰਜੇ ਵਿੱਚ ਵੀ ਰਗੜਿਆ, ਕਿਉਂਕਿ ਉਹਨਾਂ ਦੇ ਉੱਪਰ ਕਰਪਸ਼ਨ ਦੇ ਚਾਰਜਸ ਲੱਗੇ ਸੀ। 10 ਦਿਨ ਦੇ ਵਿੱਚ ਪੂਰਾ ਮਾਮਲਾ ਕਲੀਅਰ ਹੋ ਚੁੱਕਿਆ ਤੇ ਹੁਣ ਸਲਾਖਾਂ ਦੇ ਪਿੱਛੇ ਪਹੁੰਚੇ ਨੇਗੇ ਸਿਹਤ ਮੰਤਰੀ। ਲੇਕਿਨ ਇਸ ਤੋਂ ਬਾਅਦ ਸਵਾਲ ਇਹ ਹੈ ਜੀ ਕਿ ਹੁਣ ਆਖਰ ਸਿਹਤ ਮੰਤਰੀ ਕੌਣ ਹੋਏਗਾ, ਪੰਜਾਬ ਨੂੰ ਨਵਾਂ ਜਿਹੜਾ ਸਿਹਤ ਮੰਤਰੀ ਮਿਲੇਗਾ, ਉਹਨਾਂ ਦੇ ਵਿੱਚ ਰੇਸ ਦੇ ਵਿੱਚ ਕਿਹੜੇ ਨਾਂ ਨੇ? ਅਸਲ ਦੇ ਵਿੱਚ ਬਿਨਾਂ ਸ਼ੱਕ ਇੱਕ ਵੱਡੀ ਕਾਰਵਾਈ ਹੈ, ਕਿਉਂਕਿ ਮੰਤਰੀ ਨੂੰ ਹਟਾਉਣਾ ਜਾਂ ਮੰਤਰੀ ਨੂੰ ਗ੍ਰਿਫਤਾਰ ਕਰਾਉਣਾ ਨਾਰਮਲੀ ਸਾਡੀ ਸਿਆਸਤ ਦਾ ਹਿੱਸਾ ਨਹੀਂ ਹੈ। ਹਾਲਾਂਕਿ ਇਮਾਨਦਾਰੀ ਤੇ ਬਾਕੀ ਚੀਜ਼ਾਂ ਤਾਂ ਕਾਫੀ, ਜੇ ਪਿਛੋਕੜ 'ਚ ਦੇਖੀਏ ਤਾਂ ਕਾਫੀ ਕਈ ਮੰਤਰੀ ਇਮਾਨਦਾਰ ਰਹੇ ਕਿਸੇ ਖਾਸ ਸਮਿਆਂ ਦੇ ਵਿੱਚ ਅਲੱਗ-ਅਲੱਗ ਟਾਈਪ ਦੀ ਗੱਲ ਹੁੰਦੀ ਰਹੀ। ਪਰ ਜਿਵੇਂ ਕੈਪਟਨ ਅਮਰਿੰਦਰ ਸਿੰਘ ਕਹਿੰਦੇ ਸੀਗੇ ਕਿ ਜੇ ਮੈਂ ਹਟਾਉਣ ਲੱਗ ਜਾਂਦਾ ਜਾਂ ਮੇਰੇ ਬੰਦੇ ਮਾਈਨਿੰਗ ਕਰਦੇ ਰਹੇ, ਕਿੰਨੀ ਵੱਡੀ ਤਾਦਾਦ ਸੀ, ਉਹਨੂੰ ਹਟਾਉਣ ਦੀ ਹਿੰਮਤ ਨਹੀਂ, ਫਿਰ ਤਾਂ ਰੌਲਾ ਹੀ ਐਡਾ ਬਣਾ ਸੀ। ਪਰ ਸਵਾਲ ਹੁਣ ਇਹ ਹੈ ਅਸਲ ਦੇ ਵਿੱਚ ਕਿ ਅੱਗੇ ਹੁਣ ਕੀ ਹੈ। ਇੱਕ ਤਾਂ ਮਿਨਿਸਟਰੀ ਦਾ ਕੁਐਸਚਨ ਹੈ ਕਿ ਮਿਨਿਸਟਰੀ ਤਾਂ ਪਹਿਲਾਂ ਹੀ ਛੋਟੀ ਬਣੀ ਹੋਈ ਸੀ, ਇਹ ਜੀ ਪਹਿਲਾਂ ਹੀ ਪੂਰੀ ਨਹੀਂ ਬਣੀ, ਕਿਉਂਕਿ ਜਿਹੜਾ ਕਾਨੂੰਨ ਬਣਿਆ ਹੋਇਆ ਦਲ ਬਦਲੀ ਵਿਰੋਧੀ ਕਾਨੂੰਨ, ਉਹਦੇ ਤਹਿਤ ਕਿਸੇ ਵਿਧਾਨ ਸਭਾ ਦੀ ਜਿਹੜੇ ਮੈਂਬਰਸ਼ਿਪ ਹੈ ਜਾਂ ਟੋਟਲ ਐਮਐਲਏ ਦੀ ਗਿਣਤੀ ਹੈ, ਉਹਦਾ 15% ਹਿੱਸਾ ਹੀ ਮੰਤਰੀ ਬਣ ਸਕਦੇ ਨੇ ਸਮੇਤ ਚੀਫ ਮਿਨਿਸਟਰ। ਇਹਦਾ ਮਤਲਬ ਸਾਡੇ ਚੀਫ ਮਿਨਿਸਟਰ ਸਮੇਤ 18 ਮੰਤਰੀ ਬਣ ਸਕਦੇ ਨੇ ਜੀ। ਇਹਨਾਂ ਨੇ ਪਹਿਲਾਂ ਹੀ ਘੱਟ ਬਣਾਏ ਤੇ ਹੁਣ ਤਾਂ ਮੰਤਰੀ 9 ਰਹਿ ਗਏ ਨੇ, ਸਗੋਂ 11 ਬਣੇ ਸੀ, 10 ਮੰਤਰੀ ਤੇ ਇੱਕ ਜਿਹੜਾ ਚੀਫ ਮਿਨਿਸਟਰ। ਔਰ ਉਹ ਵੀ ਇੱਕ ਸ਼ਾਇਦ ਰਣਨੀਤੀ ਦਾ ਹੀ ਹਿੱਸਾ ਸੀਗਾ ਕਿ ਸਾਰਿਆਂ ਦੀ ਇੱਕ ਚਾਹਤ ਰਹੇ ਕਿਸੇ ਨਾ ਕਿਸੇ ਰੂਪ ਦੇ ਵਿੱਚ, ਮੇਰਾ ਨੰਬਰ ਕਦ ਲੱਗੂਗਾ ਕਿਸੇ ਨਾ ਕਿਸੇ ਰੂਪ ਦੇ ਵਿੱਚ। ਇੱਕ ਗੱਲ ਉਦੋਂ ਇਹ ਚੱਲੀ ਵੀ ਸੀ ਕਿ ਇਹ ਫਸਟ ਟਾਈਮਰ ਬਣਾਏ ਸੀ ਮੰਤਰੀ ਜਿਹੜੇ, ਜਿਵੇਂ ਵਿਜੇ ਸਿੰਗਲਾ ਵੀ ਫਸਟ ਟਾਈਮਰ ਸੀਗਾ, ਪਹਿਲੀ ਵਾਰ ਐਮਐਲਏ ਬਣਿਆ ਸੀ। ਔਰ ਉਧਰ ਹਰਜੋਤ ਬੈਂਸ ਵੀ, ਹੋਰ ਕਿੰਨੇ ਹੀ ਬੰਦੇ ਫਸਟ ਟਾਈਮਰ, ਤੇ ਕਈ ਜਿਹੜੇ 2-2 ਵਾਰ ਐਮਐਲਏ ਬਣੇ ਸੀ ਉਹਨਾਂ ਚੋਂ ਜ਼ਿਆਦਾ ਜਿਹੜੇ ਆਮ ਆਦਮੀ ਪਾਰਟੀ ਦੇ। ਔਰ ਲਾਜ਼ਮੀ ਹੈ ਕਿ ਜੋ 2-2 ਵਾਰ ਰਹਿ ਗਏ ਸੀ ਉਹਨਾਂ ਦੀ ਤਾਂ ਇੱਛਾ ਪਹਿਲਾਂ ਹੀ ਸੀਗੀ ਕਿ ਮੈਨੂੰ ਮੈਰਿਟ ਤੇ ਸ਼ਾਇਦ ਮੈਂ ਸੀਨੀਅਰਿਟੀ ਦੇ ਵਿੱਚ ਆਉਣਾ ਚਾਹੀਦਾ ਜਾਂ ਮੈਨੂੰ ਮਿਲਣੀ ਚਾਹੀਦੀ ਹੈ ਜਿਹੜੀ ਮਿਨਿਸਟਰੀ, ਉਹ ਨਹੀਂ ਮਿਲੀ। ਉਹ ਅਲੱਗ ਗੱਲ ਹੈ, ਉਹ ਪਾਰਟੀਆਂ ਦਾ ਅੰਦਰੂਨੀ ਫੈਸਲਾ ਆਪਣੇ ਤਰੀਕੇ ਦਾ ਕਿ ਕਿਉਂ ਇਹਨੂੰ ਦਿੱਤੀ ਕਿਉਂ ਉਹਨੂੰ ਨਹੀਂ ਦਿੱਤੀ, ਇਹ ਇੱਕ ਅਲੱਗ ਗੱਲ ਹੈ। ਪਰ ਇਹਦੇ ਨਾਲ ਦੀ ਨਾਲ ਇੱਕ ਗੱਲ ਜ਼ਰੂਰ ਹੈ ਕਿ ਹੁਣ ਸਿਹਤ ਮੰਤਰਾਲਾ ਵੀ ਹੈ ਤੇ ਪਹਿਲਾਂ ਵੀ ਲਗਭਗ 27-28 ਡਿਪਾਰਟਮੈਂਟ ਵੱਖ-ਵੱਖ ਟਾਈਪ ਦੇ ਵੰਡੇ ਹੋਏ ਨੇ, ਜਿਹੜੇ ਬਾਕੀ ਬਚ ਜਾਂਦੇ ਨੇ ਉਹ ਚੀਫ ਮਿਨਿਸਟਰ ਕੋਲ ਹੀ ਬਚਦੇ ਨੇ। ਹੁਣ ਵੀ ਇਹ ਆਟੋਮੈਟਿਕਲੀ ਮੁੱਖ ਮੰਤਰੀ ਕੋਲ ਚਲਾ ਗਿਆ ਜੀ, ਮਤਲਬ ਹੈਲਥ ਡਿਪਾਰਟਮੈਂਟ ਜਦੋਂ ਕੋਈ ਮਿਨਿਸਟਰ ਨਹੀਂ ਰਹਿੰਦਾ ਉਹਦੇ ਤੇ ਤਾਂ ਉਹ ਮੁੱਖ ਮੰਤਰੀ ਕੋਲ ਚਲਾ ਜਾਂਦਾ ਜੀ। ਹੁਣ ਇਹ ਤਾਂ ਕਿਹਾ ਜਾ ਰਿਹਾ, ਇਹ ਇੱਕ ਅੰਦਾਜ਼ਾ ਲਾਇਆ ਜਾ ਰਿਹਾ ਕਿਉਂਕਿ ਬਜਟ ਸੈਸ਼ਨ ਆਉਣਾ ਜੂਨ 'ਚ ਜੀ। ਇਦੋਂ ਪਹਿਲਾਂ ਪੂਰਾ ਬਜਟ ਨਹੀਂ ਸੀ, ਵੋਟ ਔਨ ਅਕਾਊਂਟ ਲਿਆ 3 ਮਹੀਨਿਆਂ ਦਾ, ਪੂਰਾ ਬਜਟ ਜੂਨ ਦੇ ਹੁਣ ਦੂਜੇ ਹਫਤੇ ਤੋਂ ਕਿਤੇ ਸਟਾਰਟ ਹੋ ਕੇ ਅਗਲੇ ਦਿਨਾਂ 'ਚ ਚੱਲਣਾ ਬਜਟ ਸੈਸ਼ਨ।
ਸ਼ਾਇਦ ਉਦੋਂ ਤੱਕ ਚੀਫ ਮਿਨਿਸਟਰ ਕੋਲ ਹੀ ਰਹੇ ਹੈਲਥ ਡਿਪਾਰਟਮੈਂਟ ਜੀ ਤੇ ਇਹ ਇੱਕ ਅਨੁਮਾਨ ਲਾਇਆ ਜਾ ਰਿਹਾ ਕਿ ਬਜਟ ਸੈਸ਼ਨ ਤੋਂ ਪਹਿਲਾਂ ਜਿਹੜੀ ਕੈਬਨਿਟ ਹੈ ਉਹਦੇ ਚ ਨਵੇਂ ਬੰਦੇ ਸ਼ਾਮਲ ਕਰਨਾ ਜਾਂ ਫੇਰ ਬਦਲ ਦੀ ਸੰਭਾਵਨਾ ਘੱਟ ਨਜ਼ਰ ਆ ਰਹੀ ਹੈ। ਜੇ ਹੋਊਗਾ ਤਾਂ ਬਜਟ ਸੈਸ਼ਨ ਤੋਂ ਬਾਅਦ ਹੋਊਗਾ, ਮਤਲਬ ਜੇ ਹੋਰ ਬੰਦੇ ਕੌਣ ਆਏ ਕੌਣ ਨਾ ਆਏ। ਸਮੇਂ ਔਰ ਅਮੀਰ ਜੀ ਇਹਦੇ ਨਾਲ ਇਹ ਵੀ ਹੈ ਕਿਹੜੇ ਕਿਹੜੇ ਨਾਮ ਕਿਹੜੇ ਕਿਹੜੇ ਨੇ ਜਿਹੜੇ ਮਤਲਬ ਕਿ ਜਿਵੇਂ ਹੁਣ ਤਾਂ ਫਿਲਹਾਲ ਤੁਸੀਂ ਕਹਿ ਰਹੇ ਹੋ ਵੀ ਸੀਐਮ ਸਾਹਿਬ ਕੋਲ ਹੀ ਰਹੇਗਾ ਇਹ ਡਿਪਾਰਟਮੈਂਟ, ਜੇਕਰ ਆਪਾਂ ਕਿਉਂਕਿ ਡਿਪਾਰਟਮੈਂਟ ਦਾ ਦੇਣਾ ਪੈਣਾ, ਪਹਿਲਾਂ ਹੀ ਉਂਗਲਾਂ ਉੱਠਦੀਆਂ ਨਜ਼ਰ ਆਈਆਂ ਨੇ ਵੀ ਕਿਉਂਕਿ ਇਹਨਾਂ ਨੇ ਆਪਣਾ ਮੰਤਰੀ ਮੰਡਲ ਦਾ ਵਿਸਥਾਰ ਕਿਉਂ ਨਹੀਂ ਕੀਤਾ, ਤੇ ਜੇਕਰ ਹੁਣ ਇਹ ਡਿਪਾਰਟਮੈਂਟ ਕਿਉਂਕਿ ਅਹਿਮ ਡਿਪਾਰਟਮੈਂਟ ਮੰਨਿਆ ਜਾਂਦਾ ਗਾ ਕੈਬਨਿਟ ਦੇ ਵਿੱਚ ਸਿਹਤ ਵਿਭਾਗ, ਕਿਵੇਂ ਦੇਖ ਰਹੇ ਹੋ ਵੀ ਕਿਹੜੇ ਨਾਮਾਂ ਦੇ ਉੱਪਰ, ਕਿਉਂਕਿ ਕੱਲ ਹਾਈ ਲੈਵਲ ਮੀਟਿੰਗ ਵੀ ਹੋਈ ਸੀਗੀ, ਅਧਿਕਾਰੀ ਵੀ ਸੱਦੇ ਗਏ ਸੀਗੇ, ਕੈਬਨਿਟ ਰੈਂਕ ਦੇ ਅਧਿਕਾਰੀ ਵੀ ਉੱਥੇ ਪਹੁੰਚੇ ਸੀਗੇ, ਤਾਂ ਕਿਹੜੇ ਨਾਮ ਨੇ ਜਿਹੜੇ ਹੁਣ ਰੇਸ ਦੇ ਵਿੱਚ ਅੱਗੇ ਚੱਲਦੇ ਹੋਏ ਨਜ਼ਰ ਆ ਰਹੇ ਨੇਗੇ? ਨਹੀਂ, ਇਹ ਤਾਂ ਪੋਰਟਫੋਲੀਓ ਕਿਹਨੂੰ ਵੰਡਿਆ ਜਾਣਾ ਉਹ ਅਲੱਗ ਕੁਐਸਚਨ ਹੈ। ਹਜੇ ਤਾਂ ਹੁਣ ਜਿਹੜੇ ਜਿੰਨੇ ਕ ਮੰਤਰੀ ਹੈਗੇ ਉਹਨਾਂ ਨੂੰ ਪਹਿਲੇ ਕਈ ਡਿਪਾਰਟਮੈਂਟ ਦਿੱਤੇ ਹੋਏ ਨੇ ਜੀ। ਹੁਣ ਮੈਨੂੰ ਤਾਂ ਲੱਗਦਾ ਕਿ ਇਹ ਡਿਪਾਰਟਮੈਂਟ ਦਿੱਤਾ ਜਾਏਗਾ ਜਦੋਂ ਨਵੀਂ ਕੋਈ ਫੇਰਬਦਲ, ਕੋਈ ਨਵੀਂ ਮੰਤਰੀ ਆਉਂਦੇ ਨੇ ਕੁਸ਼ਨ। ਫਿਲਹਾਲ ਅਜੇ ਚੀਫ ਮਿਨਿਸਟਰ ਕੋਲ ਹੀ ਇਹ ਮਿਨਿਸਟਰੀ ਰਹਿਣ ਦੀ ਸੰਭਾਵਨਾ ਹੈ, ਕਿਉਂਕਿ ਇੱਕ ਤਾਂ ਤਾਜ਼ਾ ਘਟਨਾਕ੍ਰਮ ਹੋਇਆ ਵਾਪਰਿਆ ਇਮੀਡੀਏਟ, ਤੇ ਦੂਜਾ ਇਹ ਵੀ ਹੁੰਦਾ ਕਿ ਤੁਰੰਤ ਕੋਈ ਕਿਸੇ ਮਿਨਿਸਟਰ ਨੂੰ ਦੇ ਕੇ ਕੱਲ ਨੂੰ ਫਿਰ ਨਵੀਂ ਪ੍ਰੋਬਲਮ ਆਉਂਦੀ ਹੈ, ਇਮੀਡੀਏਟ ਪ੍ਰੋਬਲਮ ਆਉਂਦੀ ਹੈ, ਤਾਂ ਵੀ ਇੱਕ ਗੱਲ ਹੈ। ਔਰ ਨਹੀਂ ਤਾਂ ਵੱਡੇ ਵੱਡੇ ਡਿਪਾਰਟਮੈਂਟ ਸਾਰੇ ਲਗਭਗ ਵੱਡੇ ਹੋਏ ਨੇ, ਵੱਖ-ਵੱਖ ਥਾਵਾਂ ਤੇ ਵੰਡਤੇ ਨੇ ਇੱਕ ਇੱਕ ਮੰਤਰੀ। ਹਾਲਾਂਕਿ ਕਈ ਮੰਤਰੀ ਇਹੋ ਜਿਹੇ ਨੇ ਜਿਹੜੇ ਪਹਿਲੀ ਵਾਰ ਨੇ, ਉਹਨਾਂ ਦਾ ਤਜਰਬਾ ਵੀ ਉਹਨਾਂ ਨਹੀਂ ਹੁੰਦਾ ਤੇ ਉਹਨੇ ਡਿਪਾਰਟਮੈਂਟ ਸੰਭਾਲਣੇ ਵੀ ਔਖੇ ਹੋ ਜਾਂਦੇ ਨੇ, ਇੱਕ ਤੋਂ ਵੱਧ ਵੱਡੇ ਵੱਡੇ ਜਿਹੜੇ ਡਿਪਾਰਟਮੈਂਟ ਨੇ ਆਮ ਮਿਨਿਸਟਰਾਂ ਲਈ। ਔਰ ਇੱਕ ਤਾਂ ਇਹ ਸੀਗਾ ਕਿ ਜਦੋਂ ਕੀ ਇਹ ਪੂਰੇ ਮੰਤਰੀ ਮੰਡਲ ਦੇ ਪੁਨਰਗਠਨ ਦੇ ਵੇਲੇ ਪੂਰਾ ਮੰਤਰੀ ਮੰਡਲ ਕਰਦੇ ਨੇ, 17 ਦੇ 17 ਮੰਤਰੀ ਉਹਦੇ ਚ ਇਨਵੋਲਵ ਹੋਣਗੇ, ਫਿਰ ਉਹਦੇ ਚੋਂ ਸ਼ਾਇਦ ਕਿਸੇ ਇੱਕ ਤੋਂ ਦੂਜੇ ਵੀ ਲੈਣੇ ਪੈਣਗੇ, ਜਿਹੜੇ ਦੂਜੇ ਮੰਤਰੀਆਂ ਕੋਲ ਵਾਧੂ ਨੇ, ਮਤਲਬ ਉਹ ਵੀ ਸ਼ਾਇਦ ਵੰਡ ਦੇ ਵਿੱਚ ਆ ਜਾਣ, ਕਿਸੇ ਹੋਰ ਮੰਤਰੀ ਜਾਂ ਨਵੇਂ ਮੰਤਰੀਆਂ ਦੇ ਕੋਲ ਆ ਜਾਣ ਕਿਸੇ ਨਾ ਕਿਸੇ ਰੂਪ ਦੇ ਵਿੱਚ। ਇਹ ਇੱਕ ਗੱਲ ਹੈ। ਬਾਕੀ ਚਾਹਤ ਹਰੇਕ ਦੀ ਹੁੰਦੀ ਹੈ, ਚਾਹਤ ਤਾਂ ਉਹਨਾਂ ਸਾਰੇ ਮੰਤਰੀਆਂ ਦੀ ਵੀ ਇਹ ਹੈ ਜਿਹਨੂੰ ਲੱਗਦਾ ਮੇਰੇ ਕੋਲ ਥੋੜਾ ਜਿਹਾ ਡਿਪਾਰਟਮੈਂਟ ਛੋਟਾ ਹੈ ਜਾਂ ਮੇਰੇ ਕੋਲ ਆਹ ਡਿਪਾਰਟਮੈਂਟ ਹੈ, ਉਹ ਸਾਰੇ ਲਗਭਗ ਉਹਦੇ ਚ ਆਉਂਦੇ ਨੇ। ਤੇ ਨਵਿਆਂ ਦੀ ਵੀ ਇੱਛਾ ਹੁੰਦੀ ਹੈ ਬਥੇਰਿਆਂ ਦੀ ਕਿ ਮੈਨੂੰ ਸ਼ਾਮਲ ਕਰ ਲੈਣ ਤੇ ਮੈਨੂੰ ਇਹ ਡਿਪਾਰਟਮੈਂਟ ਦੇ ਦੇਣ ਇਸ ਲੈਵਲ ਤੇ, ਕਿਉਂਕਿ ਨਵਿਆਂ ਚੋਂ ਤਾਂ ਇੱਕ ਤਾਂ ਸੈਕੰਡ ਟਾਈਮਰ ਹੈ ਜਿਹੜਾ ਪਹਿਲਾਂ ਵੀ ਸਵਾਲ ਉੱਠਦਾ ਰਿਹਾ ਕਿ ਉਹਨਾਂ ਨੂੰ ਕਿਉਂ ਛੱਡਿਆ ਗਿਆ। ਕੁਝ ਬੰਦੇ ਸੀ ਜਿਹੜੇ ਜਿਵੇਂ ਪ੍ਰਿੰਸੀਪਲ ਬੁੱਧਰਾਮ ਸੀ, ਜੇ ਮਾਨਸਾ ਦੇ ਵਿੱਚੋਂ ਹੀ ਇੱਕ ਇਹ ਲਿਆ ਗਿਆ ਸੀ ਤੇ ਬੁੱਧਰਾਮ ਸੈਕੰਡ ਟਾਈਮਰ ਵੀ ਸੀ, ਤੇ ਕਿਹਾ ਜਾਂਦਾ ਕਿ ਉਸ ਲੈਵਲ ਤੇ ਬੰਦੇ ਇੰਟੈਲੈਕਚੁਅਲ ਟਾਈਪ ਵੀ ਜਿਹੜੇ ਬੰਦੇ ਹੁੰਦੇ ਨੇ। ਔਰ ਇਸੇ ਤਰ੍ਹਾਂ ਸਨਾਮ ਤੋਂ ਹੀ ਸੀਗੇ ਮਿਸਟਰ ਅਰੋੜਾ ਸੈਕੰਡ ਟਾਈਮ ਜੀ, ਹਾਂ ਸੈਕੰਡ ਟਾਈਮ ਨੇ, ਉਹ ਵੀ ਉਸ ਲੈਵਲ ਦੇ ਉੱਤੇ ਨੇ। ਔਰ ਇਸੇ ਤਰ੍ਹਾਂ ਬਲਜਿੰਦਰ ਕੌਰ ਵੀ ਸੈਕੰਡ ਟਾਈਮ ਕਰਕੇ ਸ਼ੁਰੂ ਤੋਂ ਹੀ ਜੁੜੇ ਹੋਏ ਨੇ ਉਸ ਲੈਵਲ ਤੇ, ਜਿਹੜੇ ਸੈਕੰਡ ਉਸ ਲੈਵਲ ਤੇ ਉੱਤੇ ਪਹਿਲਾਂ ਬਾਈ ਇਲੈਕਸ਼ਨ ਵੀ ਲੜੀ ਸੀ ਇੱਕ, ਚਾਹੇ ਉਹ ਬਾਈ ਇਲੈਕਸ਼ਨ ਸਕਸੈਸ ਨਹੀਂ ਸੀ ਹੋਈ ਉਸ ਪੱਧਰ ਦੇ ਉੱਤੇ। ਔਰ ਕਿੰਨੇ ਬੰਦੇ ਨੇ ਜਿਹੜੇ ਬੰਦਿਆਂ ਦਾ ਨਾਮ ਇਸ ਪੱਧਰ ਦੇ ਉੱਤੇ ਲਿਆ ਜਾ ਰਿਹਾ ਸੀ ਪਹਿਲਾਂ ਵੀ, ਪਰ ਉਹ ਕਿਉਂ ਨਹੀਂ ਆਏ, ਇਹ ਹੁਣ ਪਾਰਟੀ ਦੇ ਅੰਦਰ ਦਾ ਕੁਐਸਚਨ ਹੈ ਉਸ ਪੱਧਰ ਦੇ ਉੱਤੇ। ਔਰ ਇਸੇ ਕਰਕੇ ਇਹ ਹੈ ਕਿ ਜਿੰਨੇ ਵੀ ਹੁਣ ਅਗਲਾ ਸਰਕਾਰ ਜਿਹੜੀ ਚਲਾਉਣੀ ਹੈ, ਕੱਲਾ ਇੰਨਾ ਨਹੀਂ ਕਰਨਾ ਕਿ ਇੱਕ ਮੰਤਰੀ ਦੇ ਖਿਲਾਫ ਹੋ ਗਿਆ ਤੇ ਭ੍ਰਿਸ਼ਟਾਚਾਰ ਦਾ ਮਾਮਲਾ ਸੋਲਵ ਹੋ ਗਿਆ। ਹੁਣ ਅੱਗੇ ਡਿਪਾਰਟਮੈਂਟਾਂ ਨੇ ਕੰਮ ਕਿਵੇਂ ਕਰਨਾ, ਕਿਸ ਤਰੀਕੇ ਨਾਲ ਚੱਲਣਗੇ, ਜਿਹੜਾ ਇੱਕ ਕਿਓਸ ਵੀ ਪੈਦਾ ਹੋ ਜਾਂਦਾ, ਡਰ ਤੇ ਖੌਫ ਕਰਪਸ਼ਨ ਦੇ ਪ੍ਰਤੀ ਪੈਦਾ ਹੋ ਗਿਆ, ਤਾਂ ਬਹੁਤ ਬੰਦੇ ਕੰਮ ਕਰਨ ਤੋਂ ਝਿਜਕਣ ਲੱਗ ਜਾਂਦੇ ਨੇ, ਕਿਤੇ ਮੇਰਾ ਨਾ ਚਲਾ ਜਾਏ, ਮੇਰਾ ਸਟਿੰਗ ਨਾ ਹੋਵੇ, ਮੇਰਾ। ਉਹਨੂੰ ਮੋਟੀਵੇਟ ਕਿਵੇਂ ਕਰਨਾ ਕਿ ਕਰਪਸ਼ਨ ਫ੍ਰੀ ਫੈਸਲੇ ਲਏ ਜਾਣ ਤੇ ਸਾਰੇ ਅਫਸਰ ਤੇ ਮੰਤਰੀ ਕੰਮ ਕਰਨ ਦੇ ਵਿੱਚ ਜੁਟ ਜਾਣ। ਸ਼ਾਇਦ ਉਹਨਾਂ ਦੀ ਪ੍ਰੇਰਨਾ ਲਈ ਇਹ ਮੀਟਿੰਗਾਂ ਹੁੰਦੀਆਂ ਨੇ ਕਿਸੇ ਨਾ ਕਿਸੇ ਰੂਪ 'ਚ, ਜਿਹੜੀ ਹਾਈ ਪਾਵਰ ਵੀ ਜਾਂ ਬਾਕੀ ਵੀ ਕੋਈ ਸਾਰਿਆਂ ਦੀ ਗੱਲ ਨਹੀਂ ਹੈ। ਸਾਰਿਆਂ ਲਈ ਤਾਂ ਇੰਨਾ ਹੀ ਹੁੰਦਾ ਕਿ ਇੱਕ ਦੇ ਖਿਲਾਫ ਕਾਰਵਾਈ ਹੋਗੀ, ਬਾਕੀ ਸਿੱਧੇ ਹੋ ਕੇ ਕੰਮ ਆਪਣੇ ਤਰੀਕੇ ਨਾਲ ਕਰਨ, ਤਾਂ ਇੱਕ ਅਲੱਗ ਗੱਲ ਹੁੰਦੀ ਹੈ, ਇੱਕ ਰਸਤਾ ਹੀ ਹੁੰਦਾ। ਕੋਈ ਸਾਰੀ ਸਰਕਾਰ ਤਾਂ ਸਸਪੈਂਡ ਨਹੀਂ ਹੋ ਜਾਂਦੀ ਜਾਂ ਬਾਕੀ ਉਸ ਲੈਵਲ ਤੇ ਨਹੀਂ ਹੋ ਜਾਂਦੀ। ਜਿਵੇਂ ਉਹ ਇੱਕ ਪੰਜਾਬੀ 'ਚ ਆਮ ਕਹਾਣੀ ਉਹੀ ਹੈ ਨਾ ਕਿ ਕੌਮ ਮਾਰ ਕੇ ਟੰਗ ਦਿਓ ਤੇ ਬਾਕੀ ਉਹਨਾਂ ਨੂੰ ਕੰਨ ਹੋ ਜਾਂਦੇ ਨੇ, ਕਿਸੇ ਨਾ ਕਿਸੇ ਰੂਪ ਦੇ ਵਿੱਚ ਕੰਮ ਕਰਨਾ ਸ਼ੁਰੂ ਕਰ ਦਿੰਦੇ ਨੇ ਜੀ। ਇਹ ਸ਼ਾਇਦ ਉਹੋ ਜਿਹਾ ਇੱਕ ਮਾਮਲਾ ਹੈ। 2015 ਦੇ ਵਿੱਚ ਕੇਜਰੀਵਾਲ ਨੇ ਵੀ ਦਿੱਲੀ ਦੇ ਵਿੱਚ ਇੱਕ ਜਿਹੜਾ ਖੁਰਾਕ ਤੇ ਸਿਵਲ ਸਪਲਾਈ ਮੰਤਰੀ ਉਹਨਾਂ ਦਾ ਸੀ ਅਸੀਮ ਖਾਨ, ਉਹਨੂੰ ਵੀ ਕਰਪਸ਼ਨ ਚਾਰਜ 'ਚ ਹਟਾਤਾ ਸੀਗਾ, ਮਤਲਬ ਉੱਥੇ ਵੀ ਦਿੱਲੀ ਦਾ। ਔਰ ਇਹਦੇ ਨਾਲ ਇਹ ਜ਼ਰੂਰ ਮਤਲਬ ਲੱਗਦਾ ਕਿ ਉਹ ਪੋਲੀਟੀਕਲ ਇੱਕ ਪਰਸੈਪਸ਼ਨ ਹੁੰਦੀ ਹੈ ਜਿਹੜੀ ਆਮ ਪਾਰਟੀ ਦੇ ਫੇਵਰ 'ਚ ਜਾਂਦੀ ਹੈ ਕਿ ਹਾਂ ਦੇਖੋ ਜੀ ਇਹ ਕਰਪਸ਼ਨ ਨੂੰ ਦੂਰ ਕਰਨ ਆਏ ਨੇ, ਉਹਦੇ ਤੇ ਐਕਸ਼ਨ ਲੈ ਰਹੇ ਨੇ, ਅੱਜ ਤੱਕ ਮੰਤਰੀ ਨੇ ਕਿਸੇ ਨੇ ਐਕਸ਼ਨ ਨਹੀਂ ਲਿਆ। ਉਹਦੇ ਵਿੱਚ ਜ਼ਰੂਰ ਪੋਲੀਟੀਕਲ ਮਾਈਲੇਜ ਦੇ ਤੌਰ ਤੇ ਇੱਕ ਬੜਾ ਵੱਡਾ ਇਹ ਕਾਰਨਾਮਾ ਹੈ, ਪੋਲੀਟੀਕਲ ਲੋਕਾਂ ਦੇ ਦਿਮਾਗਾਂ ਦੇ ਵਿੱਚ ਇੱਕ ਗੱਲ ਘਰ ਕਰਾਉਣ ਦੇ ਵਾਸਤੇ ਕਿ ਅਸੀਂ ਕਰਪਸ਼ਨ ਦੇ ਖਿਲਾਫ ਲੜ ਰਹੇ ਜੀ।
ਬਿਲਕੁਲ ਸਰ, ਹੁਣ ਇਹ ਬਹੁਤ ਵੱਡੀ ਕਾਰਵਾਈ ਹੋਈ ਹੈ ਤੇ ਪੰਜਾਬ ਦੇ ਇਤਿਹਾਸ ਦੇ ਵਿੱਚ ਤਾਂ ਪਹਿਲੀ ਕਾਰਵਾਈ ਸੀ ਅਤੇ ਇੰਡੀਆ ਦੇ ਇਤਿਹਾਸ ਦੀ ਆਪਾਂ ਗੱਲ ਕਰੀਏ ਤਾਂ ਸੈਕੰਡ ਟਾਈਮ। ਤੁਸੀਂ 2015 ਦੀ ਗੱਲ ਕੀਤੀ ਜਿੱਥੇ ਫੂਡ ਸਪਲਾਈ ਮੰਤਰੀ ਨੂੰ ਹਟਾਇਆ ਗਿਆ ਸੀ ਦਿੱਲੀ ਸਰਕਾਰ ਦੇ ਵੱਲੋਂ। ਸੋ ਇਹ ਕਾਰਵਾਈ ਸ਼ੁਰੂਆਤ ਆਪਣੇ ਵੱਲੋਂ ਹੋਈ ਹੈ ਕਰਪਸ਼ਨ ਖਤਮ ਕਰਨ ਦੀ ਆਮ ਆਦਮੀ ਪਾਰਟੀ ਵੱਲੋਂ। ਕਿਵੇਂ ਦੇਖ ਰਹੇ ਹੋ ਇਸ ਕਾਰਵਾਈ ਦਾ ਸੇਕ ਹੁਣ ਕਿੱਥੇ ਕਿੱਥੇ ਤੱਕ ਪਹੁੰਚਦਾ ਨਜ਼ਰ ਆ ਰਿਹਾ? ਕਿਉਂਕਿ ਕਰਪਸ਼ਨ ਦੀ ਜੇਕਰ ਗੱਲ ਕਰੀਏ, ਕੈਪਟਨ ਅਮਰਿੰਦਰ ਸਾਹਿਬ ਵੀ ਇਹ ਕਹਿੰਦੇ ਹੋਏ ਨਜ਼ਰ ਆਏ ਸੀਗੇ ਵੀ ਉਹਨਾਂ ਦੀ ਸਰਕਾਰ ਦੇ ਵਿੱਚ ਬਹੁਤ ਕਰਪਟ ਮੰਤਰੀ ਸੀ ਜਿਨ੍ਹਾਂ ਨੇ ਬਹੁਤ ਕਰਪਸ਼ਨ ਕੀਤੀ ਹੈ। ਫਾਈਲਾਂ ਦੀ ਗੱਲ ਵੀ ਕੀਤੀ ਸੀ, ਮੈਂ ਈਡੀ ਨੂੰ ਫਾਈਲਾਂ ਦੇਵਾਂਗਾ, ਮੈਂ ਸੈਂਟਰ ਨੂੰ ਭੇਜਾਂਗਾ। ਉਸ ਤੋਂ ਬਾਅਦ ਜੇਕਰ ਲੇਟੈਸਟ ਰਾਜਾ ਵੜਿੰਗ ਦੀ ਗੱਲ ਕਰੀਏ ਤਾਂ ਉਹ ਵੀ ਇੱਕ ਨਿੱਜੀ ਚੈਨਲ ਤੇ ਇੰਟਰਵਿਊ ਦੇ ਵਿੱਚ ਕਹਿੰਦੇ ਨਜ਼ਰ ਆਏ ਨੇ ਵੀ ਭਾਈ ਸਾਡੇ ਅਜੇ ਵੀ ਕਾਂਗਰਸ ਦੇ ਵਿੱਚ ਬਹੁਤ ਉਹ ਲੀਡਰ ਨੇਗੇ ਜਿਹੜੇ ਕਰਪਟ ਨੇ, ਅਸੀਂ ਉਹਨਾਂ ਨੂੰ ਮੌਕਾ ਦੇ ਰਹੇ ਹਾਂ ਵੀ ਉਹ ਜਲਦੀ ਤੋਂ ਜਲਦੀ ਆਪਣੀ ਛਵੀ ਨੂੰ ਸਹੀ ਕਰ ਲੈਣ। ਕਿ ਉਹ ਛਵੀ ਆਪਣੇ ਆਪ ਸੁਧਰੇਗੀ ਜਾਂ ਫਿਰ ਕਾਰਵਾਈ ਦਾ ਸੇਕ? ਕਿਉਂਕਿ ਜ਼ੀਰੋ ਟੋਲਰੈਂਸ ਦੀ ਗੱਲ ਕਰ ਰਹੀ ਨਜ਼ਰ ਆ ਰਹੀ ਹੈ ਆਮ ਆਦਮੀ ਪਾਰਟੀ ਸਰਕਾਰ। ਇਸ ਕਾਰਵਾਈ ਦਾ ਸੇਕ ਹੁਣ ਦੂਜੀ ਵਿਰੋਧੀ ਪਾਰਟੀਆਂ ਦੇ ਲੀਡਰਾਂ ਤੱਕ ਵੀ ਜਾਂਦਾ ਹੋਇਆ ਨਜ਼ਰ ਆ ਰਿਹਾ ਹੈ। ਦੇਖੋ, ਦੋ ਤਿੰਨ ਕਾਰਨ ਨੇ। ਇੱਕ ਤਾਂ ਕਾਰਨ ਇਹ ਹੈ ਕਿ ਜੇ ਚੀਫ ਮਿਨਿਸਟਰ ਹੁੰਦੇ ਹੋਏ ਕੈਪਟਨ ਅਮਰਿੰਦਰ ਸਿੰਘ ਇਹ ਕਹਿੰਦੇ ਸੀ ਕਿ ਸਾਡੇ ਵੱਡੀ ਗਿਣਤੀ 'ਚ ਬੰਦੇ, ਕਿੰਨੇ ਹੀ ਬੰਦੇ ਐਮਐਲਏ ਤੇ ਮੰਤਰੀ ਸ਼ਾਮਲ ਰਹੇ ਨੇ ਕਰਪਸ਼ਨ 'ਚ, ਰੇਤ ਮਾਫੀ, ਰੇਤ ਦੇ ਵਿੱਚ, ਬਾਕੀ ਦੇ ਵਿੱਚ, ਤਾਂ ਸੰਵਿਧਾਨਕ ਅਹੁਦੇ ਤੇ ਬੈਠੇ ਹੋਏ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਸੀ। ਤਾਂ ਮੈਨੂੰ ਤਾਂ ਲੱਗਦਾ ਕਿ ਅਮਰਿੰਦਰ ਸਿੰਘ ਤੋਂ ਪੁੱਛਿਆ ਜਾਣਾ ਚਾਹੀਦਾ ਹੁਣ ਵੀ, ਜੇ ਕੋਈ ਪੁੱਛਣਾ ਚਾਹੇ ਕਿ ਉਹਨਾਂ ਦੇ ਨਾਮ ਦੱਸੋ, ਉਹਨਾਂ ਦੇ ਨਾਮ ਦੇ ਨਾਲ, ਤਾਂ ਕਿ ਉਹਨਾਂ ਦੀ ਇਨਵੈਸਟੀਗੇਸ਼ਨ ਹੋ ਸਕੇ, ਜਾਂਚ ਹੋ ਸਕੇ, ਤਾਂ ਕਿ ਜੋ ਵੀ ਪੈਸਾ ਪਬਲਿਕ ਮਨੀ ਹੈ ਨਾ, ਉਹ ਜੀ ਜੋ ਲੁੱਟ ਕੇ ਘਰ ਭਰੇ ਨੇ, ਤਾਂ ਇੱਕ ਤਾਂ ਉਹ ਮਾਮਲਾ ਸੀ ਕਿ ਅਮਰਿੰਦਰ ਸਿੰਘ ਖੁਦ ਗਵਾਹ ਦੇ ਤੌਰ ਤੇ ਹੀ ਇੱਕ ਗੱਲ ਕਹਿ ਰਹੇ ਨੇ। ਇਹਦਾ ਮਤਲਬ ਉਹਨਾਂ ਕੋਲ ਪੁਖਤਾ ਇਨਫੋਰਮੇਸ਼ਨ ਹੋਣੀ ਹੈ। ਬਿਲਕੁਲ ਸਰ, ਉਹ ਤਾਂ ਫਾਈਲਾਂ ਵੀ ਗੱਲ ਕਰ ਰਹੇ ਸੀ, ਮੇਰੇ ਕੋਲ ਤਾਂ ਫਾਈਲਾਂ ਬਕਾਇਦਾ ਬਣੀਆਂ ਹੋਈਆਂ ਨੇ ਜੀ। ਪਹਿਲੀ ਗੱਲ, ਉਹਨਾਂ ਨੇ ਕਾਰਵਾਈ ਕਿਉਂ ਨਹੀਂ ਕੀਤੀ? ਫਾਈਲ ਬਣੇ ਨਾ ਬਣੇ, ਜਿਹੜੇ ਬੰਦੇ ਨੂੰ ਪਤਾ ਹੈ ਤੁਸੀਂ ਚੀਫ ਮਿਨਿਸਟਰ ਹੋ, ਤੁਹਾਡੀ ਜ਼ਿੰਮੇਵਾਰੀ ਹੈ ਜੀ, ਤੇ ਤੁਸੀਂ ਫਿਰ ਕਾਰਵਾਈ ਕਿਉਂ ਨਹੀਂ ਕੀਤੀ? ਇਹ ਆਪਣੇ ਆਪ 'ਚ ਜਾਂ ਤਾਂ ਮਿਲੀ ਭੁਗਤ ਦਾ ਸਵਾਲ ਹੈ ਜੀ, ਜਾਂ ਫਿਰ ਜਿੰਨਾ ਚਿਰ ਬਣਦੀ ਸੀ ਤੁਸੀਂ ਉਦੋਂ ਦੱਸਿਆ ਆ ਕੇ ਜਦੋਂ ਤੁਹਾਡੇ ਖਿਲਾਫ ਬਗਾਵਤ ਹੋਊਗੀ, ਪਹਿਲਾਂ ਤਾਂ ਨਹੀਂ ਦੱਸਿਆ ਜੀ। ਇਸ ਲਈ ਉੱਥੇ ਤੱਕ ਜਾਊਗੀ ਗੱਲ ਤਾਂ ਜੇਕਰ ਜਾਣੀ ਹੈ ਜੀ। ਫਿਰ ਜਿਹੜੀਆਂ ਫਾਈਲਾਂ ਬਾਕੀ ਤਾਂ ਬਣਦੀਆਂ ਨੇ ਇੰਡੀਵਿਜੂਅਲੀ, ਜਿਵੇਂ ਸਾਧੂ ਸਿੰਘ ਧਰਮਸੋਤ ਦੀ ਫਾਈਲ ਤੇ ਬਾਕੀ ਦੀਆਂ ਗੱਲਾਂ ਪਿਛਲੇ ਦਿਨਾਂ 'ਚ ਭਗਵੰਤ ਮਾਨ ਉਹਨਾਂ ਨੇ ਕਿਹਾ ਵੀ ਸੀ ਕਿਤੇ ਕਿ ਜਲਦੀ ਜੇਲ੍ਹ ਜਾਂਦਾ ਦੇਖੋਗੇ ਸਾਧੂ ਸਿੰਘ ਧਰਮਸੋਤ, ਕਿਤੇ ਬਿਆਨ ਵੀ ਦਿੱਤਾ ਸੀ ਪਿੱਛੇ ਜੀ ਜੀ ਇਸ ਮਾਮਲੇ ਦੇ ਵਿੱਚ। ਔਰ ਇਹਦੇ ਤੋਂ ਇਲਾਵਾ ਵੀ ਹੋਰ ਕਿੰਨੇ ਮਾਮਲੇ ਸਾਹਮਣੇ ਆਏ ਸੀ, ਪਰਸਨਲ ਜਿਹੜੇ ਬੰਦਿਆਂ ਤੇ ਐਲੀਗੇਸ਼ਨ ਲੱਗੇ ਮੰਤਰੀ ਹੋਣ ਦੇ ਬਾਵਜੂਦ, ਤੇ ਉਹਨਾਂ ਦੀਆਂ ਜੇ ਫਾਈਲਾਂ ਸਭ ਦੀਆਂ ਖੋਲਣਗੀਆਂ ਤਾਂ ਸਭ ਸਾਰੇ ਸੱਚਾਈ ਉਸ ਤੋਂ ਬਾਅਦ ਸਾਹਮਣੇ ਆਏਗੀ। ਔਰ ਇਹਦੇ ਨਾਲ ਦੀ ਨਾਲ ਪਰ ਨਾਲ ਆਮ ਆਦਮੀ ਪਾਰਟੀ ਤੇ ਵੀ ਕੁਝ ਉਂਗਲ ਉੱਠਦੀ ਹੈ ਥੋੜੀ ਥੋੜੀ, ਕੁਝ ਲੋਕ ਪਾਉਣ ਲੱਗ ਗਏ ਨੇ ਉਹ ਜੀ। ਜਿਵੇਂ ਹੁਣ ਕੱਲ ਹੀ ਇੱਕ ਅਦਾਲਤ ਦੇ ਵਿੱਚ ਸਜ਼ਾ ਹੋਈ ਹੈ ਪਰਸੋਂ, ਰੋਪੜ ਦੀ ਅਦਾਲਤ ਦੇ ਵਿੱਚ ਇੱਕ ਐਮਐਲਏ ਨੂੰ ਜਿਹਨੇ ਕਿਹਾ ਕਿ ਇਹਨੇ ਆਹ ਕੀਤਾ, 3 ਸਾਲ ਤੱਕ ਦੀ ਸਜ਼ਾ ਹੋਈ ਹੈ। ਉਹ ਵੀ ਜ਼ਮੀਨ ਦਾ ਦੱਬਣ ਦਾ ਹੀ ਮਾਮਲਾ, ਰਿਸ਼ਤੇਦਾਰੀ ਦਾ ਜਾਂ ਸਾਰਾ, ਉਹਨੂੰ ਕਰਪਸ਼ਨ ਕਹੋ, ਜ਼ਬਰਦਸਤੀ ਕਹੋ, ਜੋ ਵੀ ਮਰਜ਼ੀ, ਉਹ ਹੈ ਜੇ ਮਾਮਲਾ। ਇੱਕ ਹੋਰ ਆ ਰਹੀ ਹੈ ਗੱਲ ਕਿ 2020 ਦੇ ਵਿੱਚ ਇੱਕ ਰੋਪੜ ਤੋਂ ਜਿਹੜੇ ਐਮਐਲਏ ਨੇ ਤੇ ਮੰਤਰੀ ਵੀ ਨੇ ਕਿ ਉਹਨਾਂ ਨੂੰ ਬਾਰ ਕੌਂਸਲ ਨੇ ਲਾਇਸੈਂਸ ਰਿਜੈਕਟ ਕੀਤਾ ਸੀ, ਰੱਦ ਕੀਤਾ ਸੀਗਾ, ਕਿਉਂਕਿ ਇੱਕ ਐਨਆਰਆਈ ਦੇ 7.5 ਲੱਖ ਰੁਪਇਆ ਲੈਣ ਦਾ ਇੱਕ ਦੋਸ਼ ਉਸ ਪੱਧਰ ਦੇ ਉੱਤੇ ਸੀਗਾ। ਕੀ ਇਹ ਜੇ ਕਿ ਸੱਚ ਸੱਚਾਈ ਕਿੰਨੀ ਹੈ ਕਿੰਨੀ ਨਹੀਂ ਹੈ, ਫਿਰ ਉਧਰ ਨੂੰ ਤੁਰਨਾ ਪਏਗਾ। ਔਰ ਜਦੋਂ ਤੁਸੀਂ ਉਧਰ ਨੂੰ ਤੁਰ ਪੈਂਦੇ ਹੋ ਫਿਰ ਕੱਲਾ ਮੰਤਰੀ ਨਹੀਂ ਰਹਿੰਦਾ, ਜਿਹੜੇ ਅਫਸਰ ਨੇ, ਜਿਹੜੇ ਬਾਕੀ ਦੇ ਲੋਕ ਨੇ, ਉੱਥੇ ਤੱਕ ਜਾਂਦੀ ਹੈ। ਇੱਕ ਪੁਰਾਣਾ ਕੇਸ ਹਾਈ ਕੋਰਟ ਗਿਆ, ਹਾਈ ਕੋਰਟ ਉਹ ਸਿੰਚਾਈ ਵਿਭਾਗ ਦਾ ਇੱਕ ਵੱਡਾ ਸਕੈਂਡਲ ਹੈ ਕਰੋੜਾਂ ਰੁਪਏ ਦਾ ਜੀ। ਔਰ ਪਿਛਲੀਆਂ 2 ਸਰਕਾਰਾਂ ਨੇ, ਪਿਛਲੀ ਸਰਕਾਰ ਨੇ ਵੀ ਉਹਨਾਂ ਨੇ ਮਨਜ਼ੂਰੀ ਨਹੀਂ ਦਿੱਤੀ ਕੇਸ ਚਲਾਉਣ ਦੀ। ਉਹ ਜਾਂਚ ਹੋਈ ਹੈ, ਉਹਦੇ ਚ ਪਤਾ ਕਿ ਕੌਣ ਕੌਣ ਕੀ ਇਨਵੋਲਵ ਨੇ, ਪਰ ਜਿਹੜਾ ਉਹਨਾਂ ਦੇ ਖਿਲਾਫ ਕਾਰਵਾਈ ਸ਼ੁਰੂ ਕਰਨ ਤੋਂ ਪਹਿਲਾਂ ਸਰਕਾਰ ਦੀ ਮਨਜ਼ੂਰੀ ਜ਼ਰੂਰੀ ਹੈ। ਸਰਕਾਰ ਮਨਜ਼ੂਰੀ ਨਹੀਂ ਦੇ ਰਹੀ। ਹੁਣ ਇਹ ਹਾਈ ਕੋਰਟ ਪੇਸ਼ੀ ਸੀ ਕਿ ਸਰਕਾਰ ਤੋਂ ਜਵਾਬ ਵੀ ਮੰਗਿਆ, ਤਾਂ ਮੈਨੂੰ ਲੱਗਦਾ ਕਿ ਸਰਕਾਰ ਨੂੰ ਉਹਦੇ ਤੇ ਵੀ ਜੇ ਚਾਹੂਗੀ ਕਰਪਸ਼ਨ ਦੇ ਮਾਮਲੇ ਤੇ ਜ਼ੀਰੋ ਟੋਲਰੈਂਸ ਹੈ ਤਾਂ ਉਹਦੀ ਮਨਜ਼ੂਰੀ ਦੇਗੀ, ਤਾਂ ਕਈ ਸਾਬਕਾ ਵੱਡੇ ਆਈਐਸ ਅਫਸਰਾਂ ਦੇ ਵੀ ਅੰਦਰ ਜਾਣ ਦੀ ਸੰਭਾਵਨਾ ਹੈ ਤੇ ਕਈ ਹੋਰ ਲੋਕਾਂ ਦੇ ਮਿਲ ਕੇ ਵੀ ਜਾਣ ਦੀ ਸੰਭਾਵਨਾ ਕਿਸੇ ਨਾ ਕਿਸੇ ਰੂਪ ਦੇ ਵਿੱਚ। ਤੇ ਹਾਂ, ਜੇ ਇਦੋਂ ਵੀ ਵੱਡਾ ਕੰਮ ਸਰਕਾਰ ਕਰਨਾ ਚਾਹੁੰਦੀ ਹੈ ਮੇਰੇ ਖਿਆਲ ਹੈ, ਜੇਕਰ ਉਸ ਲੈ ਤਾਂ ਪਿਛਲੇ ਟੈਨਿਓਰ ਦਾ 10 ਸਾਲ ਲੈ ਲੈਣ, 15 ਸਾਲ ਲੈ ਲੈਣ, ਜਿੰਨੇ ਮਰਜੀ, ਇੱਕ ਕਮਿਸ਼ਨ ਜਿਹੜਾ ਇਸ ਲੈਵਲ ਦਾ ਕਿਸੇ ਹਾਈ ਕੋਰਟ ਦੇ ਜੱਜ ਦੀ, ਸਾਬਕਾ ਜੱਜ ਦੀ ਅਗਵਾਈ 'ਚ ਜਾਂ ਹੋਰ ਜਿੰਨੇ ਟੋਟਲ ਕਰਪਸ਼ਨ ਚਾਰजेस ਜੋ ਹੋਏ ਨੇ, ਤੇ ਇਹੋ ਜਿਹਾ ਇੱਕ ਕਮਿਸ਼ਨ ਬਣਾਇਆ ਜਾ ਸਕਦਾ ਤਾਂ ਕਿ ਉਹ ਜਾਂਚ ਕਰਦਾ ਰਹੇ ਤੇ ਜਿਨ੍ਹਾਂ ਦਾ ਮਾਮਲਾ ਆਏਗਾ ਤੇ ਉਹ ਸਾਰੇ ਮਾਮਲਿਆਂ ਦੇ ਨਾਲ ਮਤਲਬ ਅੱਗੇ ਨਜਿੱਠਿਆ ਜਾ ਸਕੇ, ਕੱਲੇ ਦੀ ਬਜਾਏ, ਤੇ ਉਹ ਸਾਰੀ ਚੀਜ਼ ਦੀ ਇੱਕ ਜਾਂਚ ਹੋ ਕੇ ਜਿੰਨਾ ਵੀ ਪੈਸਾ ਸਰਕਾਰ ਦਾ ਨਿੱਜੀ ਤੌਰ ਤੇ ਵਸੂਲਿਆ ਗਿਆ ਕਿਸੇ ਨਾ ਕਿਸੇ ਰੂਪ ਦੇ ਵਿੱਚ ਉਹ ਸਾਹਮਣੇ ਆ ਸਕੇ। ਇਹ ਇੱਕ ਤਰੀਕਾ ਹੋ ਸਕਦਾ ਜੇ ਨਵੇਂ ਤਰੀਕੇ ਦੇ ਤੌਰ ਤੇ ਸਰਕਾਰ ਕਰਨਾ ਚਾਹੇ। ਜੀ
ਬਿਲਕੁਲ ਸਰ, ਹਮੀਰ ਜੀ ਜਿਵੇਂ ਤੁਸੀਂ ਕਹਿ ਰਹੇ ਹੋਗੇ ਵੀ ਇਹ ਕਮਿਸ਼ਨ ਬਣਨਾ ਚਾਹੀਦਾ ਹੈ, ਵੀ ਇਹੀ ਕਾਰਨ ਨੇ ਵੀ ਜਿਹੜੇ ਵਿਰੋਧੀ ਨੇ ਉਹ ਕੱਲ ਨਿਸ਼ਾਨੇ ਲਾਉਂਦੇ ਨਜ਼ਰ ਆਏ ਨੇ ਜੋ ਡਾਕਟਰ ਸਿੰਗਲਾ ਦੇ ਉੱਪਰ ਕਾਰਵਾਈ ਹੋਈ ਹੈ, ਕਿ ਉਹਨਾਂ ਨੂੰ ਇਹ ਲੱਗ ਰਿਹਾ ਵੀ ਸ਼ਾਇਦ ਜੇਕਰ, ਕਿਉਂਕਿ ਭਗਵੰਤ ਮਾਨ ਜੀ ਦੇ ਬਿਆਨਾਂ ਦੀ ਗੱਲ ਕਰੀ, ਉਹ ਕਹਿੰਦੇ ਨੇ ਮੇਰੇ ਕੋਲ ਹੀ ਫਾਈਲਾਂ ਪਹੁੰਚੀਆਂ ਨੇ, ਮੈਂ ਫਾਈਲਾਂ ਖੋਲਾਂਗਾ। ਇਹੀ ਕਾਰਨ ਹੈ ਵੀ ਡਰ ਦੇ ਮਾਰੇ ਉਹਨਾਂ ਦੇ ਵੱਲੋਂ ਬਿਆਨ ਆ ਰਹੇ ਨੇ ਤੇ ਕਾਰਵਾਈ ਦੀ ਨਿਖੇਧੀ ਕਰਦੇ ਹੋਏ ਨਜ਼ਰ ਆ ਰਹੇ ਨੇ। ਉਹ ਕਹਿੰਦੇ ਹੋਏ ਨਜ਼ਰ ਆ ਰਹੇ ਨੇ ਵੀ ਇਹ ਤਾਂ ਸਿਰਫ ਔਰ ਸਿਰਫ ਡਰਾਮਾ ਕੀਤਾ ਜਾ ਰਿਹਾ ਹੈਗਾ, ਬਾਕੀ ਮੁੱਦਿਆਂ ਤੋਂ ਭਟਕਾਉਣ ਦੇ ਲਈ ਕੇਜਰੀਵਾਲ ਤੇ ਭਗਵੰਤ ਮਾਨ ਨੇ ਮਿਲ ਕੇ ਚਾਲ ਚੱਲ ਰਹੇ ਨੇ। ਕਿਵੇਂ ਦੇਖ ਰਹੇ ਹੋ ਇਹਨਾਂ ਬਿਆਨਾਂ ਨੂੰ ਜੋ ਵਿਰੋਧੀ ਪਾਰਟੀ ਦੇ ਵੱਲੋਂ ਕੱਲ ਇਸ ਵੱਡੀ ਕਾਰਵਾਈ ਤੋਂ ਬਾਅਦ ਸਾਹਮਣੇ ਆਏ ਨੇ? ਨਹੀਂ, ਬਿਲਕੁਲ, ਚਾਹੇ ਤੁਸੀਂ ਡਰਾਮਾ ਕਹੋ ਚਾਹੇ ਤੁਸੀਂ ਜੋ ਮਰਜ਼ੀ ਕਹੋ, ਚਾਹੇ ਡਰਾਮੇ ਦਾ ਹਿੱਸਾ ਹੋਵੇ ਨਾ ਹੋਵੇ ਜੀ, ਪਰ ਇਸ ਕਾਰਵਾਈ ਨੂੰ ਤਾਂ ਤੁਸੀਂ ਵੈਲਕਮ ਕਰੋਗੇ ਨਾ। ਇੱਕ ਮੰਤਰੀ ਤੇ ਉਹਦੇ ਚੋਂ ਆਇਆ ਤੇ ਤੁਸੀਂ ਇੱਕ ਹਟਾਤਾ ਹੈ, ਤਾਂ ਸਵਾਲ ਵਿਰੋਧੀਆਂ ਤੇ ਇਹ ਤਾਂ ਉੱਠਦਾ ਹੀ ਹੈ ਮੌਕੇ ਤੇ। ਜੀ ਜੀ, ਵਿਰੋਧੀ ਤਾਂ ਬਈ ਡਿਨਾਈ ਕਰਦੇ ਨਜ਼ਰ ਆਏ ਨੇਗੇ ਸਾਰੀ ਗੱਲਾਂ ਨੂੰ। ਹਾਂ, ਵਿਰੋਧੀਆਂ ਤੇ ਇਹ ਸਵਾਲ ਤਾਂ ਉੱਠਦਾ ਹੀ ਹੈ ਨਾ ਵੀ ਤੁਸੀਂ ਤੁਹਾਡੀ ਸਰਕਾਰ 'ਚ ਕਿਉਂ ਨਹੀਂ ਕੀਤਾ ਇਹ ਕੰਮ। ਜੇ ਤੁਸੀਂ ਕਰਦੇ ਘੱਟੋ ਘੱਟ ਲੋਕਾਂ ਦੇ ਸਾਹਮਣੇ ਇੱਕ ਗੱਲ ਜਾਂਦੀ ਉਸ ਪੱਧਰ ਦੇ ਉੱਤੇ। ਹਾਂ, ਇਹ ਜ਼ਰੂਰ ਹੈ ਕਿ ਇਹਦੇ ਪਿੱਛੇ ਸਿਆਸੀ, ਜਦੋਂ ਵੀ ਕੋਈ ਪੋਲੀਟੀਕਲ ਧਿਰ ਫੈਸਲੇ ਕਰਦੀ ਹੈ ਤਾਂ ਲਾਜ਼ਮੀ ਉਹਦਾ ਮੋਟਿਵ ਸਿਆਸਤ ਨਾਲ ਜੁੜਿਆ ਹੁੰਦਾ ਜੀ। ਔਰ ਹੁਣ ਗੁਜਰਾਤ ਤੇ ਹਿਮਾਚਲ ਦੇ ਵਿੱਚ ਚੋਣਾਂ ਆਉਣੀਆਂ ਨੇ, ਇੱਕ ਪਰਸੈਪਸ਼ਨ ਗੇਮ ਹੈ, ਉੱਥੇ ਜਾ ਕੇ ਉਹਨਾਂ ਨੂੰ ਇਹ ਫਾਇਦਾ ਦਊਗਾ, ਕਿਸ ਰੂਪ 'ਚ ਫਾਇਦਾ ਦਊਗਾ, ਕਿੰਨਾ ਦਊ, ਇਹ ਅਲੱਗ ਸਵਾਲ ਹੈ। ਪਰ ਉਹ ਇਹ ਤਾਂ ਕਹਿਣਗੇ ਨਾ ਕਿ ਸਾਡੇ ਕੋਲ 2 ਸਰਕਾਰਾਂ ਆਈਆਂ ਸੀ, ਅਸੀਂ ਦੋਨੇ ਸਰਕਾਰਾਂ 'ਚ ਆਪੋ ਆਪਣਾ ਮੰਤਰੀ ਜਿਹੜਾ ਸਾਨੂੰ ਲੱਗਿਆ ਸੀ ਉੱਥੇ ਤੱਕ ਕਾਰਵਾਈ ਕਰਤੀ। ਇਹਨਾਂ ਸਰਕਾਰਾਂ ਤੋਂ ਜਿੱਥੇ ਦੂਜੀਆਂ ਪਾਰਟੀਆਂ ਦੀਆਂ ਨੇ, ਜਿੱਥੇ ਕਾਂਗਰਸ ਜਾਂ ਬੀਜੇਪੀ ਆ, ਹੁਣ ਤਾਂ ਦੋਨਾਂ 'ਚ ਬੀਜੇਪੀ ਹੈ, ਉਹਨਾਂ ਨੇ ਕੀ ਕਾਰਵਾਈ ਕੀਤੀ ਆਪਣੇ ਕਿਸੇ ਵੀ ਮਿਨਿਸਟਰ ਖਿਲਾਫ, ਕਿਸੇ ਵੀ ਬਾਕੀ ਦੇ। ਹੁਣ ਜਿਵੇਂ ਬੀਜੇਪੀ ਹੈ, ਬੀਜੇਪੀ ਦੇ ਮੁੱਖ ਮੰਤਰੀਆਂ ਤੇ ਕਿੰਨੇ ਐਲੀਗੇਸ਼ਨ ਲੱਗੇ ਨੇ ਵੱਖ-ਵੱਖ ਥਾਵਾਂ ਤੇ। ਗਵਰਨਰ ਨੇ ਵੀ ਲਾਏ ਇੱਕ ਤਾਂ ਬੀਜੇਪੀ ਦੇ ਮਤਲਬ ਮਾਮਲੇ ਦੇ ਵਿੱਚ, ਚੀਫ ਮਿਨਿਸਟਰ ਦੇ ਮਾਮਲੇ 'ਚ ਕਿ ਉਹ ਕਰਪਟ ਹੈ। ਇਸੇ ਤਰ੍ਹਾਂ ਕਰਨਾਟਕ ਦੇ ਵਿੱਚ, ਇਸੇ ਤਰ੍ਹਾਂ ਵੱਖ-ਵੱਖ ਥਾਵਾਂ ਤੇ, ਤ੍ਰਿਪੁਰਾ ਦੇ ਵਿੱਚ ਚੀਫ ਮਿਨਿਸਟਰ ਹਟਾ ਤਾਂ ਦਿੰਦੇ ਨੇ। ਇਸੇ ਤਰ੍ਹਾਂ ਨਾਲ ਉੱਤਰਾਖੰਡ ਵੀ ਪਹਿਲਾਂ ਪਿਛਲੀਆਂ ਚੋਣਾਂ ਵੇਲੇ ਤੋਂ ਪਹਿਲਾਂ ਜਿਹੜਾ ਉਹ ਹੋਇਆ ਸੀ, ਔਰ ਉਹ ਹਟਾ ਤਾਂ ਦਿੰਦੇ ਨੇ, ਪਰ ਉਹਨਾਂ ਖਿਲਾਫ ਕ੍ਰਿਮੀਨਲ ਕਾਰਵਾਈ ਕੀ ਕੀਤੀ ਜੀ? ਜੇ ਤੁਹਾਨੂੰ ਲੱਗਦਾ ਸੀ ਉਹ ਸਾਫ਼ ਸੁਥਰਾ ਹੈ ਫਿਰ ਤੁਸੀਂ ਹਟਾਇਆ ਕਿਉਂ? ਜੇ ਹਟਾਤਾ ਤਾਂ ਉਹਦੇ ਖਿਲਾਫ ਪਰਚੇ ਦਰਜ ਉਹਨਾਂ ਖਿਲਾਫ ਕਿਉਂ ਨਹੀਂ ਹੋਏ? ਇਹ ਸਵਾਲ ਤਾਂ ਬਣਦਾ ਹੀ ਹੈ ਜੀ, ਇਹ ਸਵਾਲ ਪੁੱਛਿਆ ਜਾਊਗਾ ਉਸ ਪੱਧਰ ਦੇ ਉੱਤੇ। ਔਰ ਇਸੇ ਕਰਕੇ ਵਿਰੋਧੀ ਧਿਰਾਂ ਨੂੰ ਇਹ ਹੈ ਕਿਉਂਕਿ ਸਿਆਸੀ ਜਮਾਤ ਤੇ ਕਰਪਟਤਾ ਹੈਗੀ ਉਹ ਹੈ। ਨਹੀਂ ਤਾਂ ਐਵੇਂ ਨਹੀਂ ਹੁੰਦਾ ਕਿ ਅੱਜ ਤੁਸੀਂ ਬੱਸ ਤੇ ਚੜ੍ਹ ਕੇ ਜਾਂ ਕੱਲੀ ਮਰੂਤੀ 'ਚ ਤੁਰੇ ਫਿਰਦੇ ਹੋ, 1 ਸਾਲ ਬਾਅਦ ਤੁਸੀਂ ਲੈਂਡ ਕਰੂਜ਼ਰ ਤੇ ਬਾਕੀ ਦੀਆਂ ਕਰੋੜ ਦੀਆਂ ਗੱਡੀਆਂ ਤੇ ਏਡੇ ਫਾਇਦੇ। ਉਹ ਜਿਹੜਾ ਸਾਧਨਾਂ ਤੋਂ ਜ਼ਿਆਦਾ ਪ੍ਰਾਪਰਟੀ ਬਣਾਉਣ ਦਾ ਇੱਕ ਮਾਮਲਾ ਹੈ ਨਾ, ਜਿਹੜਾ ਕਾਨੂੰਨ ਵੀ ਕਰਪਸ਼ਨ ਐਕਟ ਦੇ ਵਿੱਚ ਉਹ ਆਉਂਦਾ, ਉਹੀ ਸਭ ਤੋਂ ਵੱਡੇ ਉਹਦੇ 'ਚ ਹੀ ਫਸਦੇ ਨੇ। ਆਪਣੇ ਗੁਆਂਢੀ ਸੂਬੇ ਦੇ ਵਿੱਚ ਓਮ ਪ੍ਰਕਾਸ਼ ਚੌਟਾਲਾ, ਪਹਿਲਾਂ ਤਾਂ ਜੇਬੀਟੀ ਟੀਚਰਾਂ ਦਾ ਸਵਾਲ ਸੀ ਭਰਤੀ, ਤੇ ਹੁਣ ਜਿਹੜਾ ਨਵਾਂ ਕੇਸ ਆਇਆ ਉਹਦੇ 'ਚ ਜਿਹੜੇ ਦੋਸ਼ੀ ਕਰਾਰ ਦਿੱਤੇ ਗਏ ਨੇ ਉਹ ਸਾਧਨਾਂ ਤੋਂ ਜ਼ਿਆਦਾ ਪ੍ਰਾਪਰਟੀ ਦਾ ਸਵਾਲ ਸੀ। ਪਹਿਲਾਂ ਅਮਰਿੰਦਰ ਸਿੰਘ ਨੇ ਵੀ ਜਿਹੜਾ ਬਾਦਲ ਪਰਿਵਾਰ ਤੇ ਵੀ ਲਾਇਆ ਸੀ ਸਾਧਨਾਂ ਤੋਂ ਜ਼ਿਆਦਾ ਪ੍ਰਾਪਰਟੀ ਦਾ ਸਵਾਲ, ਉਹ ਅਲੱਗ ਸਵਾਲ ਹੈ ਕਿ ਉਹ ਕਿਸੇ ਸਿਰੇ ਨਹੀਂ ਲੱਗਿਆ, ਕਿਉਂਕਿ ਜਦੋਂ ਸਰਕਾਰਾਂ ਬਦਲ ਜਾਂਦੀਆਂ ਨੇ ਤਾਂ ਉੱਥੇ ਅੰਜਾਮ ਤੱਕ ਨਹੀਂ ਪਹੁੰਚਦਾ, ਇਹ ਮਾਮਲੇ ਉੱਥੇ ਖੜ ਜਾਂਦੇ ਨੇ ਜਾ ਕੇ। ਸਭ ਤੋਂ ਵੱਡਾ ਸਵਾਲ ਹੀ ਹੁਣ ਇਹ ਹੈ ਕਿ ਇਹ ਅੰਜਾਮ ਤੱਕ ਸਮਾਂ ਰਹਿੰਦੇ ਚਲਾ ਜਾਏ, ਇਹ ਨਾ ਹੋਵੇ ਕਿ ਇਦੋਂ ਬਹੁਤ ਲੰਮਾ ਲਟਕ ਜਾਂਦਾ ਜਦ ਤੱਕ ਕੋਈ ਗੱਲ ਹੀ ਨਹੀਂ, ਕੋਈ ਕਾਰਵਾਈ ਨਹੀਂ ਹੁੰਦੀ, ਤੇ ਤਦ ਤੱਕ ਜਾ ਕੇ ਫਿਰ ਬੰਦੇ ਬਰੀ ਬੁਰੀ ਹੋ ਜਾਂਦੇ ਨੇ ਕਿਸੇ ਨਾ ਕਿਸੇ ਮਾਮਲੇ ਦੇ ਵਿੱਚ ਜੀ। ਸੋ ਸਰ, ਕੱਲ ਜਿੱਥੇ ਲੋਕਾਂ ਦੀ ਕਚਹਿਰੀ ਦੇ ਵਿੱਚ ਬੜਾ ਲੋਕਾਂ ਵੱਲੋਂ ਐਪਰੀਸ਼ੀਏਸ਼ਨ ਕੀਤੀ ਗਿਆ ਆਮ ਆਦਮੀ ਪਾਰਟੀ ਦੀ ਸਰਕਾਰ ਦੀ, ਵੀ ਚਲੋ ਬਹੁਤ ਅੱਛਾ ਹੋਇਆ, ਕਰਪਸ਼ਨ ਦੇ ਮਾਮਲੇ ਦੇ ਵਿੱਚ ਕਾਰਵਾਈ ਵੀ ਹੋਈ, ਵੱਡੇ ਲੀਡਰ ਖਰਾਬ ਹੋਈ ਤੇ ਹੋਈ ਵੀ ਸਿਰਫ ਔਰ ਸਿਰਫ 10 ਦਿਨਾਂ ਦੇ ਵਿੱਚ। ਤੇ ਦੂਸਰੇ ਪਾਸੇ ਲੇਕਿਨ ਹਾਈ ਕੋਰਟ ਦੀ ਗੱਲ ਕਰੀਏ ਤਾਂ ਉੱਥੇ ਇੱਕ ਝਟਕਾ ਲੱਗਦਾ ਨਜ਼ਰ ਆਇਆ ਆਮ ਆਦਮੀ ਪਾਰਟੀ ਨੂੰ ਸੁਰੱਖਿਆ ਨੂੰ ਲੈ ਕੇ, ਕਿਉਂਕਿ ਸੁਰੱਖਿਆ ਵਾਪਸੀ ਲਈ ਗਈ ਸੀ ਲੀਡਰਾਂ ਦੀ, ਵਿਰੋਧੀ ਪਾਰਟੀ ਦੇ ਲੀਡਰਾਂ ਦੀ। ਉਹਨਾਂ ਦੇ ਵਿੱਚੋਂ ਪਹਿਲਾਂ ਪਰਮਿੰਦਰ ਸਿੰਘ ਪਿੰਕੀ ਤੇ ਹੁਣ ਨਵਤੇਜ ਸਿੰਘ ਚੀਮਾ ਹਾਈ ਕੋਰਟ ਦਾ ਰੁਖ ਕੀਤਾ ਸੀ। ਆਪਣੀ ਸੁਰੱਖਿਆ ਦਾ ਹਵਾਲਾ ਦਿੰਦੇ ਉਹਨਾਂ ਨੇ ਕਿਹਾ ਸੀ ਕਿ ਮੇਰੇ ਕੋਲ ਸਿਰਫ ਔਰ ਸਿਰਫ 2 ਜਿਹੜੇ ਹੈਗੇ ਨੇ ਉਹ ਮੁਲਾਜ਼ਮ, ਸੁਰੱਖਿਆ ਮੁਲਾਜ਼ਮ ਛੱਡੇ ਗਏ ਨੇ, ਬਾਕੀ ਮੇਰੀ ਸਿਕਿਉਰਿਟੀ ਵਾਪਸੀ ਲੈ ਲਈ ਗਈ। ਜਦੋਂ ਕਿ ਮੈਨੂੰ ਥ੍ਰੈਟ ਹੈਗੀ ਸੁੱਖਾ ਕਾਹਲਵਾ ਗਰੁੱਪ ਵੱਲੋਂ ਤੇ ਨਾਲ ਹੀ ਨਾਲ ਵਿਦੇਸ਼ਾਂ ਦੇ ਵਿੱਚੋਂ ਵੀ ਮੈਨੂੰ ਲਗਾਤਾਰ ਧਮਕੀਆਂ ਮਿਲਦੀਆਂ ਨਜ਼ਰ ਆਈਆਂ ਨੇ, ਲਗਾਤਾਰ ਫੋਨ ਕਾਲਸ ਆਉਂਦੀਆਂ ਨੇ ਤੇ ਮੇਰੀ ਸੁਰੱਖਿਆ ਕਾਰਨਾਂ ਕਰਕੇ ਮੇਰੀ ਸਿਕਿਉਰਿਟੀ ਵਧਾਈ ਜਾਵੇ, ਜਿਸ ਦੇ ਮੱਦੇਨਜ਼ਰ ਹਾਈ ਕੋਰਟ ਨੇ ਕੱਲ ਸਰਕਾਰ ਨੂੰ ਨੋਟਿਸ ਵੀ ਭੇਜਿਆ ਵੀ ਤੁਸੀਂ ਉਹਨਾਂ ਨੂੰ ਸੁਰੱਖਿਆ ਹੋਰ ਦਿਓ। ਕਿਵੇਂ ਦੇਖ ਰਹੇ ਹੋ? ਇੱਕ ਪਾਸੇ VIP ਸੁਰੱਖਿਆ ਵਾਪਸੀ ਦੀ ਗੱਲ ਕਰ ਰਹੀ ਸੀ ਤੇ ਦੂਸਰੇ ਪਾਸੇ ਹਾਈ ਕੋਰਟ ਦੇ ਵੱਲੋਂ ਪੰਜਾਬ ਸਰਕਾਰ ਨੂੰ ਇਹ ਝਟਕਾ ਲੱਗਿਆਗਾ ਕਿ ਹੋਰ ਮੰਤਰੀ ਵੀ ਹੁਣ ਇਸ ਤਰੀਕੇ ਦੇ ਨਾਲ ਹਾਈ ਕੋਰਟ ਦਾ ਰੁਖ ਕਰਦੇ ਨਜ਼ਰ ਆਉਣਗੇ। ਨਹੀਂ, ਬਿਲਕੁਲ ਕਰ ਸਕਦੇ ਨੇ, ਪਰ ਪਰਸੈਪਸ਼ਨ ਇਹ ਹੈ ਸਾਡੇ ਬਹੁਤੇ ਬੰਦਿਆਂ ਨੂੰ ਖਤਰਾ ਨਹੀਂ ਉਹਨਾਂ ਹੁੰਦਾ, ਇਹ ਕੇਵਲ ਸਟੇਟਸ ਸਿੰਬਲ ਬਣ ਗਈ ਜੀ। ਜਿਹੜਾ ਬਾਡੀਗਾਰਡ ਲੈ ਕੇ ਚੱਲਣ ਦਾ ਮਤਲਬ ਹੈ ਲੋਕ ਦੇਖਦੇ ਨੇ ਕੋਈ ਵੱਡਾ ਬੰਦਾ ਜਾ ਰਿਹਾ, ਕੌਣ ਜਾ ਰਿਹਾ, ਕੀ ਹੈ, ਇਹਦੇ ਤੇ ਜ਼ਿਆਦਾ ਕੇਂਦਰਿਤ ਹੋ ਗਈ। ਪੋਲੀਟੀਕਲ ਸਪਾਰਸ ਜ਼ਿਆਦਾ ਚੱਲਦੀ ਹੈ, ਮਤਲਬ ਟੈਕਨੀਕਲ ਇਸ ਗੱਲ ਨੂੰ ਦੇਖੇ ਤੋਂ ਬਿਨਾਂ ਕਿ ਕਿਹਨੂੰ ਕਿੰਨਾ ਖਤਰਾ ਹੈ। ਇਹਨਾਂ ਨੇ ਆ ਕੇ ਰਿਵਿਊ ਕੀਤਾ ਹੁਣ
ਸਵਾਲ ਇਹ ਹੁੰਦਾ ਕਿ ਹਾਈ ਕੋਰਟ ਵੀ ਕਿਉਂ ਬੰਦੇ ਨੂੰ ਰਾਹਤ ਦਿੰਦੀ ਹੈ। ਜੀ ਜੇ ਆਮ ਆਦਮੀ ਪਾਰਟੀ ਨੇ ਵੀ ਇੱਕ ਕੰਮ ਨਹੀਂ ਕੀਤਾ ਅਸਲ ਚ ਆ ਕੇ, ਦੇ ਉਹਦੇ ਆਪਦੇ ਐਮਐਲਏ ਨੂੰ, ਆਪਦੇ ਬਾਕੀ ਬੰਦਿਆਂ ਨੂੰ, ਆਪਦੇ ਨਾਲ ਜੁੜੇ ਪਰਿਵਾਰਾਂ ਨੂੰ, ਉਹਨਾਂ ਨੂੰ ਜਦੋਂ ਤੁਸੀਂ ਸਿਕਿਉਰਿਟੀ ਉਸ ਪੱਧਰ ਤੇ ਦੇਈ ਜਾ ਰਹੇ ਹੋ ਤਾਂ ਉਹ ਕਿਹੜੇ ਖਤਰੇ ਦੇ ਨਿਸ਼ਾਨ ਤੇ ਪਹੁੰਚੇ ਹੋਏ ਨੇ। ਇਹ ਇੱਕ ਦਲੀਲ ਹੈ, ਇਹਦੇ ਨਾਲ ਦਲੀਲ ਤੁਹਾਡੀ ਕਮਜ਼ੋਰ ਹੁੰਦੀ ਹੈ। ਜਦੋਂ ਵਿਰੋਧੀ ਬੰਦਿਆਂ ਤੋਂ ਜਿਹੜਾ ਐਤਕੀ ਹਾਰ ਗਿਆ ਜਾਂ ਹਾਰਿਆ ਹੋਇਆ ਹਾਰਿਆ ਵੀ ਨਹੀਂ, ਕਈ ਐਮਐਲਏ ਵੀ ਹੈਗੇ ਨੇ ਹੁਣ ਵੀ, ਉਹਨਾਂ ਦੀ ਵੀ ਜਿਹੜੀ ਘਟਾਈ ਜਾ ਰਹੀ ਹੈ, ਤਾਂ ਉਹ ਦਲੀਲਾਂ ਦੇ ਸਵਾਲ ਦੇ ਵਿੱਚ ਕਮਜ਼ੋਰ ਪੈ ਜਾਂਦੀ ਹੈ। ਹੁਣ ਲੋਕ ਇਹ ਸਵਾਲ ਤਾਂ ਕਰਦੇ ਹੀ ਨੇ ਕਿ ਚੀਫ ਮਿਨਿਸਟਰ ਦਾ ਕਾਫਲਾ ਕਿੱਡਾ ਵੱਡਾ, ਉੱਡਾ ਹੀ ਵੱਡਾ ਜਿਹੜੇ ਪੁਰਾਣੇ ਚੀਫ ਮਿਨਿਸਟਰਾਂ ਦਾ ਹੁੰਦਾ ਸੀ, ਜਾਂ ਕੋਈ ਘੱਟ ਹੋਇਆ ਕਿਸੇ ਨਾ ਕਿਸੇ ਤਰ੍ਹਾਂ ਦਾ। ਔਰ ਇਹ ਸਵਾਲ ਤਾਂ ਕਰਦੇ ਹੀ ਨੇ ਕਿ ਚੀਫ ਮਿਨਿਸਟਰ ਦੇ ਪਰਿਵਾਰ ਕੋਲ ਕਿੰਨੀ ਸਿਕਿਉਰਿਟੀ ਹੈ, ਕੀ ਉਹੀ ਜਿਹੀ ਆ ਜਿਵੇਂ ਪਹਿਲਾਂ ਸੀ ਜਾਂ ਕੋਈ ਉਹਦੇ 'ਚ ਫਰਕ ਪੈ ਗਿਆ। ਔਰ ਇਸੇ ਤਰ੍ਹਾਂ ਇਹ ਸਵਾਲ ਵੀ ਕਰਨਗੇ ਕਿ ਦਿੱਲੀ ਦੇ ਚੀਫ ਮਿਨਿਸਟਰ ਨੂੰ ਇੱਥੋਂ ਦੀ ਸਿਕਿਉਰਿਟੀ ਦੇਣ ਦੇ ਜਿਹੜੇ ਪੱਤਰ ਲਿਖੇ ਜਾਂਦੇ ਨੇ ਜਾਂ ਆਉਂਦੇ ਨੇ ਇੱਧਰ ਉੱਧਰ, ਕੀ ਦਿੱਲੀ ਨਹੀਂ ਹੈ, ਬਾਕੀ ਗਵਰਨਮੈਂਟ ਆਫ ਇੰਡੀਆ ਦੀ ਜ਼ਿੰਮੇਵਾਰੀ ਇਹ ਕਿ ਉਹਨਾਂ ਨੂੰ ਉਹ ਦੇ ਸਿਕਿਉਰਿਟੀ ਦੇ। ਉੱਥੇ ਦੇ ਜਿਹੜੇ ਬੰਦੇ, ਜਿਹੜੇ ਵੀਆਈਪੀ ਬੰਦੇ ਨੇ ਜਾਂ ਬਾਕੀ ਦੇ ਲੋਕ ਨੇ, ਉਹ ਸਾਰੇ ਸਵਾਲਾਂ ਦੇ ਉੱਤੇ ਇੱਕ ਲਾਈਨ ਬਣਾਉਣਾ ਪੈਂਦਾ। ਜਿਵੇਂ ਕਰਪਸ਼ਨ ਤੇ ਆਮ ਆਦਮੀ ਪਾਰਟੀ ਕਹਿੰਦੇ ਨੇ ਕਿ ਲੈ ਮੈਂ ਤਾਂ ਆਪਣਾ ਚੱਕ ਕੇ ਟੰਗਤਾ, ਜੇ ਇਸ ਸਿਕਿਉਰਿਟੀ ਦੇ ਪੁਆਇੰਟ ਆਫ ਵਿਊ ਤੇ ਵੀ ਇਹ ਕਹਿੰਦੇ ਸਟ੍ਰਿਕਟਲੀ ਕਿ ਅਸੀਂ ਉਹਨੂੰ ਉਨੀ ਦੇਵਾਂਗੇ ਸਿਕਿਉਰਿਟੀ, ਜਾਂ ਉਨੀ ਦੇਵਾਂਗੇ ਜਿੰਨੀ ਜਾਂ ਸੰਵਿਧਾਨਕ ਜਾਂ ਕਾਨੂੰਨੀ ਤੌਰ ਤੇ ਜ਼ਰੂਰੀ ਹੈ, ਜਾਂ ਕੇਵਲ ਸੁਰੱਖਿਆ ਦਾ ਕੱਲਾ ਮਾਮਲਾ ਹੈ, ਬਾਕੀ ਨਹੀਂ ਦੇਵਾਂਗੇ ਕਿਸੇ ਨੂੰ ਜੀ। ਫਿਰ ਸ਼ਾਇਦ ਇਹ ਗੱਲ ਹੋਰ ਤਰ੍ਹਾਂ ਨਾਲ, ਔਰ ਲੋਕਾਂ ਦਾ ਸਵਾਗਤ ਵੀ ਹੁੰਦਾ, ਵੈਲਕਮ ਵੀ ਕਰਦੇ, ਤੇ ਕੋਰਟਾਂ ਦੇ ਵਿੱਚ ਵੀ ਸ਼ਾਇਦ ਉਹਨਾਂ ਦੀ ਘੱਟ ਸੁਣੀ ਜਾਂਦੀ। ਜਿਹੜੇ ਬੰਦੇ ਇਹ ਕਹਿੰਦੇ ਨੇ ਕਿ ਮੇਰੇ ਤਾਂ ਇਸ ਕਰਕੇ ਵਾਪਸ ਲੈ ਲਈ ਹੈ ਜੀ, ਮੈਨੂੰ ਥ੍ਰੈਟ ਪਰਸੈਪਸ਼ਨ ਹੈਗੀ ਆ, ਮੈਂ ਵਿਰੋਧੀ ਧਿਰ ਦੇ ਵਿੱਚ ਆ, ਫਿਰ ਇਹ ਸ਼ਾਇਦ ਦਲੀਲਾਂ ਦੂਜੇ ਪਾਸੇ ਨਹੀਂ ਸੀ ਚੱਲਣੀਆਂ। ਇਸ ਪਾਸੇ ਧਿਆਨ ਮੈਨੂੰ ਲੱਗਦਾ ਸਰਕਾਰ ਨੂੰ ਵੀ ਦੇਣਾ ਪਏਗਾ ਜੀ। ਸੋ ਬਹੁਤ ਬਹੁਤ ਧੰਨਵਾਦ ਸਰ, ਤੁਸੀਂ ਅੱਜ ਗੱਲਬਾਤ ਕਰਨ ਲਈ ਸਾਡੇ ਨਾਲ ਜੁੜੇ, ਬਹੁਤ ਬਹੁਤ ਧੰਨਵਾਦ ਜੀ, ਮਿਹਰਬਾਨੀ, ਥੈਂਕ ਯੂ। ਸੋ ਇਹ ਸਨ ਸਰਦਾਰ ਹਮੀਰ ਸਿੰਘ ਜੀ, ਜਿਨ੍ਹਾਂ ਦੇ ਵੱਲੋਂ ਅੱਜ ਦੀ ਇਸ ਖਬਰਾਂ ਦੇ ਉੱਪਰ ਚਰਚਾ ਕੀਤੀ ਗਈ, ਵਿਸਥਾਰ ਦੇ ਨਾਲ ਚਰਚਾ ਕੀਤੀ ਗਈ ਹੈ। ਤੁਹਾਨੂੰ ਇਹ ਚਰਚਾ ਕਿਵੇਂ ਲੱਗੀ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ। ਅਗਲੇ ਪ੍ਰੋਗਰਾਮ ਦੇ ਵਿੱਚ ਫਿਰ ਤੋਂ ਹੋਵਾਂਗੇ ਹਾਜ਼ਰ ਕੁਝ ਹੋਰ ਖਬਰਾਂ ਲੈ ਕੇ, ਤੇ ਕਰਾਂਗੇ ਵਿਸਥਾਰ ਦੇ ਨਾਲ ਚਰਚਾ। ਉਦੋਂ ਤੱਕ ਸਾਨੂੰ ਦਿਓ ਇਜਾਜ਼ਤ, ਧੰਨਵਾਦ।